ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 17ਵੀਂ ਤੇ ਪਦ ਚੌਥਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਨ ਜਾ ਰਹੇ ਹਾਂ। ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਸਤਿਗੁਰੂ ਕਿਰਪਾ ਕਰਦੇ ਹਨ ਉਨਾ ਹੀ ਪ੍ਰਾਣੀ ਵਿਚਾਰ ਕਰ ਸਕਦਾ ਹੈ, ਉਨਾ ਹੀ ਬੋਲ ਸਕਦਾ ਹੈ ਅਤੇ ਉਨਾ ਹੀ ਸੁਣ ਸਕਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ ਕਾਲ ਅਤੇ ਅਕਾਲ ਨੂੰ ਬੁਲਾਉਣ ਦੇ ਲਈ ਬਹੁਤ ਹੀ ਪਿਆਰੀ ਵਿਧੀ ਸਮਝਾਈ ਹੈ ਕਿ ਪ੍ਰਾਣੀ ਕਿਸ ਤਰ੍ਹਾਂ ਪ੍ਰਭੂ ਨਾਲ ਮਿਲਾਪ ਕਰ ਸਕਦਾ ਹੈ। ਪ੍ਰਭੂ ਸਦੀਵੀ ਹੈ, ਪ੍ਰਾਣੀ ਚਾਲਕ ਹੈ। ਸਦੀਵੀ ਦੀ ਮਿਹਰ ਨਾਲ ਹੀ ਚੱਲਣ ਵਾਲਾ ਵਿਸ਼ਰਾਮ ਚਿੰਨ੍ਹ ਲਗਾ ਸਕਦਾ ਹੈ, ਉਹਦੇ ਵਿੱਚ ਸਮੋ ਸਕਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 24 ਅਸ਼ਟਪਦੀਆਂ, ਇੱਕ ਅਸ਼ਟਪਦੀ ਦੇ 8 ਭਾਗ ਜਾਣੀ 8 ਪਦ, ਅਤੇ ਇੱਕ ਅਸ਼ਟਪਦੀ ਦੇ ਵਿੱਚ ਤਕਰੀਬਨ 1000 ਅੱਖਰਾਂ ਦੀ ਵਰਤੋਂ ਕੀਤੀ ਹੈ। ਦੂਸਰੇ ਪਾਸੇ ਪ੍ਰਾਣੀ 24 ਘੰਟਿਆਂ ਦੇ ਵਿੱਚ 24,000 ਸਵਾਸ ਆਪਣੇ ਸਰੀਰ ਦੀ ਕਿਰਿਆ ਨੂੰ ਚਲਾਉਣ ਦੇ ਲਈ ਲੈਂਦਾ ਹੈ। ਸਵਾਸ ਪ੍ਰਭੂ ਦੀ ਅਮਾਨਤ ਹਨ। ਪ੍ਰਾਣੀ ਕੁਝ ਵੀ ਨਹੀਂ ਕਰ ਸਕਦਾ, ਉਹਨਾਂ ਨੂੰ ਵਧਾ ਨਹੀਂ ਸਕਦਾ, ਘਟਾ ਨਹੀਂ ਸਕਦਾ। ਅਪਾਰ ਰਹਿਮਤ ਹੈ ਦਾਤੇ ਦੀ ਕਿ ਉਹਨੂੰ ਸਵਾਸ ਆਉਂਦੇ ਹਨ ਅਤੇ ਉਹਦਾ ਸਰੀਰ ਚੱਲਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਹਰ ਸਵਾਸ ਦੇ ਨਾਲ ਸ਼ੁਕਰਾਨਾ, ਧੰਨਵਾਦ ਦਾਤੇ ਦਾ ਕਰਨ ਦੇ ਲਈ ਆਪਣੇ ਪਿਆਰੇ ਸਿੱਖ ਨੂੰ ਸਮਝਾਇਆ ਹੈ। ਉਹਦੀ ਅਪਾਰ ਕਿਰਪਾ ਦੇ ਨਾਲ ਇਨਸਾਨ ਹੈ ਜਿਹੜਾ ਨਾਮ ਜਪ ਸਕਦਾ ਹੈ। ਨਾਮ ਜਪਣਾ ਵੀ ਉਹਦੇ ਵੱਸ ਵਿੱਚ ਨਹੀਂ ਹੈ। ਸਿਰਫ ਅਤੇ ਸਿਰਫ ਸਮਰਪਣ ਕਰਨ ਦਾ ਇੱਕੋ ਇੱਕ ਉਹਦੇ ਕੋਲ ਜ਼ਰੀਆ ਹੈ, ਤਰੀਕਾ ਹੈ ਕਿ ਆਪਣੇ ਆਪ ਨੂੰ ਪ੍ਰਭੂ ਨੂੰ ਸੌਂਪ ਦੇਵੇ ਅਤੇ ਆਪਣਾ ਜਿਹੜਾ ਕਬਜ਼ਾ ਹੈ ਆਪਣੇ ਆਪ ਦੇ ਉੱਤੇ ਉਹ ਛੱਡ ਦੇਵੇ। ਸੱਚੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਅਕਾਲ ਪੁਰਖ ਦੀ ਮਹਿਮਾ, ਅਕਾਲ ਪੁਰਖ ਦੀ ਮਿਹਰ, ਅਕਾਲ ਪੁਰਖ ਦਾ ਪਸਾਰਾ, ਅਕਾਲ ਪੁਰਖ ਦੀ ਦਇਆ, ਆਪਣਿਆਂ ਉੱਤੇ ਡੁੱਲ ਜਾਣ ਦਾ ਸੁਭਾਅ। ਸੱਚੇ ਪਾਤਸ਼ਾਹ ਨੇ ਅਰਾਧਨਾ ਅਤੇ ਸਾਧਨਾ ਕਰਨ ਵਾਲੇ ਜਨਾਂ ਦੀ ਅਤ ਸੋਭਾ ਕੀਤੀ ਹੈ, ਅਤ ਵਡਿਆਈ ਕੀਤੀ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਭਾਗਾਂ ਵਾਲੇ ਮੰਨਦੇ ਹੋਏ ਉਹਨਾਂ ਦੇ ਚਰਨਾਂ ਦੀ ਧੂੜੀ ਲੋੜਦੇ ਹਨ। ਤੀਸਰਾ ਵਿਸ਼ਾ ਉਹਨਾਂ ਨੇ ਦੁਨੀਆ ਦੇ ਉਹ ਨਾ ਪੱਖੀ ਲੋਕਾਂ ਨੂੰ ਚੁਣਿਆ ਹੈ ਜਿਹੜੇ ਹਰ ਥਾਂ ਉੱਤੇ ਕੋਈ ਨਾ ਕੋਈ ਸਮੱਸਿਆ ਖੜੀ ਕਰਦੇ ਹਨ। ਸੰਸਾਰੀ ਲੋਕਾਂ ਨੂੰ ਨਿੰਦਦੇ ਹਨ, ਗ੍ਰਸਤੀਆਂ ਦੇ ਸ਼ੋਸ਼ਣ ਕਰਦੇ ਹਨ, ਹੱਸਦੇ ਹਨ,
ਨਿੰਦਿਆ ਕਰਦੇ ਹਨ, ਚੁਗਲੀ ਕਰਦੇ ਹਨ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਉਹਨਾਂ ਦਾ ਠਿਕਾਣਾ ਦੱਸਿਆ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 17ਵੀਂ ਅਸ਼ਟਪਦੀ ਦੇ ਚੌਥੇ ਪਦ ਦੇ ਵਿੱਚ ਮਿਹਰ ਕੀਤੀ ਹੈ ਕਿ ਪ੍ਰਾਣੀ, ਜਿਹੜੀ ਦੁਨੀਆ ਦੇ ਵਿੱਚ ਤੂੰ ਦੋਸਤੀ ਪਾਉਣਾ, ਪਿਆਰ ਪਾਉਣਾ, ਉਹ ਟੁੱਟ ਜਾਂਦਾ ਹੈ। ਬਹੁਤੀ ਦੇਰ ਨਹੀਂ ਚੱਲਦਾ, ਲੋੜਾਂ ਨਾਲ ਬੱਝਿਆ ਹੋਇਆ ਹੈ। ਇੱਕ ਵਪਾਰੀ ਕਾਂਟਰੈਕਟ ਦੀ ਤਰ੍ਹਾਂ ਜਦੋਂ ਵਪਾਰ ਮੁੱਕ ਗਿਆ ਤਾਂ ਕਾਂਟਰੈਕਟ ਖਤਮ ਹੋ ਗਿਆ। ਦੁਨਿਆਵੀ ਕਾਂਟਰੈਕਟ ਪਦਾਰਥ ਉੱਤੇ ਆਧਾਰਿਤ ਹੈ। ਪ੍ਰਭੂ ਦਾ ਪਿਆਰ, ਮਿਹਰ, ਦਇਆ, ਇਨਸਾਨ ਦੀ ਡੈਡੀਕੇਸ਼ਨ, ਲਾਇਲਟੀ, ਆਪਣੇ ਆਪ ਨੂੰ ਵਾਰਨ, ਜਿਹੜਾ ਕਿ ਪੂਰੇ ਦਾ ਪੂਰਾ ਮਨ ਉੱਤੇ ਆਧਾਰਿਤ ਹੈ। ਮਨ ਪੁਕਾਰਦਾ ਹੈ ਤੇ ਦਾਤਾ ਸਵਾਰਦਾ ਹੈ। ਦੋਨੇ ਮਿਲ ਜਾਂਦੇ ਹਨ ਤੇ ਇੱਕ ਅਨੋਖਾ ਸੰਗਮ ਪੈਦਾ ਹੁੰਦਾ ਹੈ। ਇਸ ਰਿਸ਼ਤੇ ਦੇ ਦੌਰਾਨ ਪ੍ਰੀਤਮ ਆਪਣੇ ਪਿਆਰਿਆਂ ਦੇ ਨੁਕਸ ਨਹੀਂ ਕੱਢਦਾ, ਸਗੋਂ ਉਹਨਾਂ ਨੂੰ ਢੱਕਦਾ ਹੈ, ਔਗਣਾਂ ਦੇ ਉੱਤੇ ਪਰਦਾ ਪਾਉਂਦਾ ਹੈ। ਦੁਨੀਆ ਔਗਣਾਂ ਨੂੰ ਛੱਟਦੀ ਹੈ, ਆਪਣਿਆਂ ਨੂੰ ਕਟਹਿਰੇ ਦੇ ਵਿੱਚ ਖੜੇ ਕਰਕੇ ਜਲੀਲ ਕਰਦੀ ਹੈ। ਪਰ ਪ੍ਰਭੂ ਆਪਣੇ ਰਿਸ਼ਤੇ ਨੂੰ ਹਮੇਸ਼ਾ ਹੀ ਸੁਰੱਖਿਅਤ, ਪ੍ਰੋਟੈਕਟਿਵ ਤੇ ਪ੍ਰਾਣੀ ਦਾ ਸਵੈਮਾਨ ਬਰਕਰਾਰ ਰੱਖਦਾ ਹੈ। ਕਦੇ ਵੀ ਉਹਨੂੰ ਆਂਚ ਨਹੀਂ ਆਉਣ ਦਿੰਦਾ। ਬਿਲਕੁਲ ਹੀ ਆਪ ਆ ਕੇ ਪ੍ਰਤੱਖ ਤੌਰ 'ਤੇ ਮਿਹਰ ਕਰ ਦਿੰਦਾ ਹੈ, ਬਚਾ ਲੈਂਦਾ ਹੈ। ਭਗਤਾਂ ਨੂੰ ਰੱਖਣ ਦੇ ਲਈ ਆਪ ਹੀ ਆਉਂਦਾ ਹੈ, ਕਿਸੇ ਨੂੰ ਭੇਜਦਾ ਨਹੀਂ, ਕਿਉਂਕਿ ਉੱਥੇ ਹੀ ਬਿਰਾਜਮਾਨ ਹੈ। ਜਦ ਭਗਤ ਉੱਤੇ ਸੰਕਟ ਪੈ ਗਿਆ ਤਾਂ ਪ੍ਰਭੂ ਦਾ ਹਿਰਦਾ ਕਿਸ ਤਰ੍ਹਾਂ ਖੁਸ਼ ਹੋ ਸਕਦਾ ਹੈ। ਜਦ ਪਿਆਰੇ ਉੱਤੇ ਭੀੜ ਪੈ ਗਈ ਤਾਂ ਦਾਤਾ ਕਿਵੇਂ ਪ੍ਰਸੰਨ ਹੋ ਸਕਦਾ ਹੈ। ਹਮੇਸ਼ਾ ਹੀ ਆਪਣੀ ਪਿਆਰ ਦੀ ਬੁੱਕਲ ਦੇ ਨਾਲ ਔਗਣਾਂ ਨੂੰ ਕੱਜ ਲੈਂਦਾ ਹੈ। ਆਪਣੇ ਜਨ ਕਾ ਪਰਦਾ ਢੱਕ ਕੇ। ਗੁਰੂ ਪਿਆਰਿਓ, ਦੁਨੀਆ ਇੱਕ ਤਮਾਸ਼ਾ ਹੈ, ਆਪ ਵੀ ਕਰਦੀ ਹੈ ਤੇ ਦੂਸਰਿਆਂ ਦਾ ਕੀਤਾ ਹੋਇਆ ਨਸ਼ਰ ਵੀ ਕਰਦੀ ਹੈ। ਇੱਕ ਮਨੋਰੰਜਨ ਨਾਟਕ ਹੈ, ਜਿਸ ਮੰਡਲੀ ਦੇ ਵਿੱਚ ਬਹੁਤ ਸਾਰੇ ਚੁਗਲਖੋਰ, ਨਿੰਦਕ, ਚੋਰ, ਹਰਾਮਖੋਰ, ਕੁੜਿਆਰ, ਦੁਨੀਆ ਭਰ ਦੇ ਬਦਨਾਮ ਇਕੱਠੇ ਹੋਏ ਹਨ। ਗਰੀਬ ਦਾ ਪਰਦਾ ਤਾਂ ਚੁੱਕਦੇ ਹੀ ਹਨ, ਉਹਨੂੰ ਭੈੜਾ ਬਣਾਉਣ ਦਾ ਯਤਨ ਕਰਦੇ ਹਨ। ਪ੍ਰਭੂ ਨਾਲ ਜੁੜਨ ਦੀ ਉਹਨੂੰ ਸਜ਼ਾ ਦਿੰਦੇ ਹਨ। ਭਗਤ ਕਬੀਰ ਰਹਿਮਤ ਦਾ ਪੁੰਜ, ਬ੍ਰਹਮ ਗਿਆਨੀ, ਪ੍ਰਭੂ ਦਾ ਪਿਆਰਾ, ਦੁਨੀਆ ਨੂੰ ਚੁੱਭਦਾ ਸੀ। ਕਬੀਰ ਵਰਗੇ ਬੰਦੇ ਦੇ ਨਿੰਦਕ ਲਾਗੂ ਨਹੀਂ ਹਨ। ਚੁਗਲ ਨਹੀਂ ਚਾਹੁੰਦੇ ਕਿ ਕਬੀਰ ਇਸ ਧਰਤੀ ਉੱਤੇ ਪੈਦਾ ਹੋਣ।
ਉਹਨਾਂ ਨੂੰ ਤਾਂ ਆਪ ਦੀ ਪੈ ਜਾਂਦੀ ਹੈ ਕਿ ਕਿਸ ਤਰ੍ਹਾਂ ਬਦਨਾਮ ਕੀਤਾ ਜਾਵੇ। ਕਬੀਰ ਦੀ ਸ਼ਰਧਾ ਭਾਵਨਾ ਪ੍ਰਭੂ ਦੇ ਵੱਲ ਬੇਅੰਤ ਹੋਣ ਕਰਕੇ ਲੋਕ ਪਿਆਰਿਆਂ ਨੂੰ ਲੱਭ ਲੈਂਦੇ ਹਨ। ਬਹੁਤ ਸਾਰੇ ਉਹਨਾਂ ਦੇ ਸ਼ਰਧਾਲੂ ਬਣ ਗਏ। ਸਵੇਰੇ ਸ਼ਾਮ ਭੀੜਾਂ ਘੱਤਦੀਆਂ, ਕੋਈ ਆ ਗਿਆ ਕੋਈ ਚਲੇ ਗਿਆ। ਨਮਸਕਾਰ, ਗਲਵੱਖੜੀਆਂ ਪਿਆਰ ਦੀਆਂ। ਇੱਕ ਅਨੋਖਾ ਸਵਰਗ ਗਰੀਬ ਦੇ ਘਰੇ ਬਣਿਆ ਰਹਿੰਦਾ। ਇਹਨਾਂ ਧਾਰਮਿਕ ਠੇਕੇਦਾਰਾਂ ਨੂੰ ਚੁੱਭ ਗਿਆ ਕਿ ਸਾਡੀ ਕਿਤੇ ਦੁਕਾਨ ਬੰਦ ਨਾ ਹੋ ਜਾਵੇ, ਅਸੀਂ ਰੋਟੀ ਕਿੱਥੋਂ ਖਾਵਾਂਗੇ, ਸਾਡੇ ਬੱਚਿਆਂ ਨੂੰ ਕੰਮ ਕਰਨਾ ਪਵੇਗਾ, ਸਾਨੂੰ ਸਵੇਰੇ ਉੱਠ ਕੇ ਕੰਮ 'ਤੇ ਜਾਣਾ ਪਵੇਗਾ। ਇਹ ਕਬੀਰ ਦਾ ਜਿਹੜਾ ਇਹ ਇਨਕਲਾਬੀ ਤੰਤਰ ਹੈ, ਕਿਤੇ ਲੋਕਾਂ ਉੱਤੇ ਕੰਮ ਨਾ ਕਰ ਜਾਵੇ। ਹਕੂਮਤ ਦੇ ਕੰਨ ਤਾਂ ਪਹਿਲਾਂ ਹੀ ਭਰਦੇ ਸਨ, ਪਰ ਹੁਣ ਇੱਕ ਅਨੋਖਾ ਕਬੀਰ ਨੂੰ ਨਸ਼ਰ ਕਰਨ ਦੇ ਲਈ ਤਰੀਕਾ ਅਪਣਾਇਆ। ਆਪਣੇ ਕੋਲੋਂ ਹੀ ਤਰੀਕ ਐਲਾਨ ਕਰ ਦਿੱਤੀ ਕਿ ਕਬੀਰ ਅਸਮੇਧ ਜੱਗ ਕਰਵਾ ਰਿਹਾ। ਗੁਰੂ ਪਿਆਰਿਓ, ਜਿਸ ਤਰ੍ਹਾਂ ਇਲਾਕੇ ਦੇ ਵਿੱਚ ਬੁਨਿਆਦੀ ਹੁੰਦੀ ਹੈ ਕਿ ਕੋਈ ਵੀ ਪ੍ਰਾਣੀ ਨਾ ਰਵੇ, ਅਸਮੇਧ ਜੱਗ ਹੈ, ਜਿੰਨਾ ਮਰਜ਼ੀ ਕੋਈ ਆਵੇ ਖਾਵੇ। ਬਹੁਤ ਭਾਂਤਾਂ ਦੇ ਖਾਣੇ ਬਣਾਏ ਜਾਂਦੇ ਹਨ, ਹਲਵਾਈ ਸੱਦੇ ਜਾਂਦੇ ਹਨ। ਸੋ ਇਹਨਾਂ ਠਗਵਾੜਿਆਂ ਨੇ ਕਬੀਰ ਨੂੰ ਫਸਾ ਲਿਆ। ਕੀ ਕਰਦਾ ਵਿਚਾਰਾ? ਇਹਨਾਂ ਨੇ ਪਿੰਡ ਪਿੰਡ ਦੇ ਵਿੱਚ ਬੁਨਿਆਦੀ ਕਰਵਾ ਦਿੱਤੀ। ਢੋਲ ਵਾਲਾ ਗਲੀਆਂ ਦੇ ਵਿੱਚ ਕੂਕਦਾ ਫਿਰਦਾ, ਕਬੀਰ ਦਾ ਅਸਮੇਧ ਜੱਗ। ਬਹੁਤ ਬਹੁਤ ਮਠਿਆਈਆਂ, ਮਾਲ ਪੂੜੇ ਹੋਣਗੇ। ਆਓ ਆਪਣਾ ਜੀਵਨ ਸਫਲ ਕਰੋ ਭਗਤ ਜੀ ਦੇ ਦਰਸ਼ਨ ਕਰਕੇ। ਕਬੀਰ ਅੰਦਰੋਂ ਬੜਾ ਦੁਖੀ, ਪਰ ਮੂੰਹ ਉੱਤੇ ਮੁਸਕਾਨ। ਮਾਤਾ ਜੀ ਪੁੱਛਦੇ ਆ, ਲੋਈ ਜੀ ਪ੍ਰੀਤਮ ਪਿਆਰੇ, ਇਹ ਤਰੀਕ ਤਾਂ ਬੜੀ ਨੇੜੇ ਆ ਗਈ, ਜਿਹੜਾ ਆਪਣਾ ਅਸਮੇਧ ਜੱਗ ਇਹ ਬੋਲੀ ਜਾਂਦੇ ਹਨ, ਕੀ ਬਣੂਗਾ? ਚੁੱਪ ਕਰਕੇ ਪਤੀ ਦੂਸਰੇ ਪਾਸੇ ਤੁਰ ਗਿਆ। ਕੀ ਕਰਦਾ ਵਿਚਾਰਾ? ਆਖਰ ਉਹ ਤਰੀਕ ਆ ਗਈ। ਹਰ ਰੋਜ਼ ਦੀ ਤਰ੍ਹਾਂ ਸਵੇਰੇ ਕਬੀਰ ਸਾਹਿਬ ਇਸ਼ਨਾਨ ਨਦੀ 'ਤੇ ਕਰਨ ਜਾਂਦੇ ਹਨ ਅਤੇ ਮੁੜ ਕੇ ਨਹੀਂ ਆਉਂਦੇ, ਲੁਕ ਜਾਂਦੇ ਹਨ, ਕਿਤੇ ਛੁਪ ਕੇ ਬੈਠ ਜਾਂਦੇ ਹਨ ਕਿ ਲੋਕ ਆਉਣਗੇ ਮੁੜ ਜਾਣਗੇ। ਇਹਨਾਂ ਨੇ ਆਪਣਾ ਨਿੰਦਕਾਂ ਨੇ ਚਾਅ ਪੂਰਾ ਕਰ ਲਿਆ। ਮੇਰਾ ਕੀ ਹੈ, ਬਦਨਾਮੀ ਦਾ ਕੋਈ ਡਰ ਨਹੀਂ ਹੈ। ਤਾਂਤਾ ਲੱਗ ਗਿਆ ਭੀੜਾਂ ਦਾ, ਬੇਸ਼ੁਮਾਰ ਲੋਕ ਆ ਰਹੇ ਨੇ ਕਬੀਰ ਦੇ ਘਰ ਨੂੰ। ਦੂਰੋਂ ਦੇਖ ਰਿਹਾ ਕਿ ਇੰਨੇ ਲੋਕ ਜਾ ਰਹੇ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਮੁੜ ਕੇ ਕੋਈ ਨਹੀਂ ਆ ਰਿਹਾ। ਮੇਰੇ ਘਰ ਤਾਂ ਕੁਝ ਵੀ ਨਹੀਂ ਹੈ। ਹਰ ਰੋਜ਼ ਦੀ ਰੋਟੀ ਦਾ ਫਿਕਰ ਰਹਿੰਦਾ ਹੈ। ਕੀ ਕਰਦੀ ਹੋਊ ਵਿਚਾਰੀ, ਕਿਵੇਂ ਜਵਾਬ ਦਿੰਦੀ ਹੋਵੇਗੀ? ਆਖਰ ਤਰਕਾਲਾਂ ਪੈ ਗਈਆਂ। ਸੂਰਜ ਦਾ ਛਪਾਅ ਹੈ, ਡੰਗਰ ਬੱਛਾ ਵੀ ਘਰਾਂ ਨੂੰ ਤੁਰ ਪਿਆ।
ਜਾਨਵਰ ਵੀ ਆਪਣੇ ਆਲ੍ਹਣਿਆਂ ਨੂੰ ਚੱਲ ਪਏ ਤੇ ਖਿਸਕਦਾ ਕਬੀਰ ਆਪਣੇ ਘਰ ਵੱਲ ਨੂੰ ਆ ਰਿਹਾ ਹੈ ਤਾਂ 10-15 ਭੀੜ ਵਾਲੇ ਕੰਨਾਂ ਦੇ ਵਿੱਚ ਗੱਲ ਕਰਦੇ ਜਾਂਦੇ ਹਨ, ਇੱਕ ਦੂਸਰੇ ਨੂੰ ਕਹਿੰਦੇ ਕਿ ਖਾਣਾ ਬੜਾ ਸਵਾਦ ਸੀ, ਬਹੁਤ ਹੀ ਸਵਾਦ ਸੀ ਖਾਣਾ, ਕੋਈ ਅੰਤ ਨਹੀਂ ਰਿਹਾ। ਗੱਡਿਆਂ ਦੇ ਗੱਡੇ ਆਈ ਗਏ ਨੇ, ਹਲਵਾਈ ਪਕਾਈ ਗਏ ਨੇ, ਕੋਈ ਤੋਟ ਆਈ ਹੀ ਨਹੀਂ। ਵਿੱਚੋਂ ਇੱਕ ਕਹਿੰਦਾ ਆਪਾਂ ਫਲਾਣੇ ਧਨਪਤੀ ਦੇ ਗਏ ਸੀ, ਦੇਖੋ ਇੰਨਾ ਉਹਦੇ ਕੋਲ ਪੈਸਾ, ਪਰ ਉੱਥੇ ਕਾਫੀ ਚੀਜ਼ਾਂ ਮੁੱਕ ਗਈਆਂ ਸਨ। ਦੂਸਰਾ ਬੋਲਦਾ ਕਿ ਇੱਥੇ ਤਾਂ ਪਰਮਾਤਮਾ ਦੀ ਮਿਹਰ ਸੀ, ਦੇਖਿਆ ਕਿੰਨਾ ਕੰਮ ਕਰਦਾ ਸੀ ਕਬੀਰ, ਭੱਜਿਆ ਫਿਰਦਾ ਸੀ, ਮੂੰਹ ਦੇ ਉੱਤੇ ਨੂਰ ਸੀ ਉਹਦੇ। ਦੋਨੇ ਪਤੀ ਪਤਨੀ ਕਿੰਨੀ ਸੇਵਾ ਕਰਦੇ ਸੀ ਲੋਕਾਂ ਦੀ। ਕਬੀਰ ਉੱਥੇ ਬੈਠਾ ਆਪ ਦਾ ਨਾਂ ਸੁਣ ਰਿਹਾ ਤੇ ਨਾਲ ਇਹ ਵੀ ਸੁਣ ਲਿਆ ਕਿ ਕਬੀਰ ਕਿੰਨਾ ਕੰਮ ਕਰਦਾ ਸੀ, ਮੂੰਹ ਦੇ ਉੱਤੇ ਕਿੰਨਾ ਨੂਰ ਸੀ। ਚੱਲਿਆ ਘਰ ਨੂੰ, ਜਾ ਕੇ ਜਦੋਂ ਅੰਦਰ ਵੜਿਆ ਤਾਂ ਮਾਤਾ ਲੋਈ ਨੇ ਚਰਨ ਸਪਰਸ਼ ਕੀਤੇ, ਬਹੁਤ ਥੱਕ ਗਏ ਅੱਜ ਤੁਸੀਂ, ਬਹੁਤ ਕੰਮ ਕੀਤਾ, ਸਵੇਰ ਦੇ ਟਿਕੇ ਨਹੀਂ, ਲਿਆਓ ਮੈਂ ਤੁਹਾਡੀਆਂ ਲੱਤਾਂ ਦਵਾ ਦੇਵਾਂ, ਆਰਾਮ ਕਰ ਲਵੋ। ਕਬੀਰ ਦੀਆਂ ਅੱਖਾਂ 'ਚੋਂ ਧਰਾੜਾਂ ਅਥਰੂਆਂ ਦੀਆਂ ਬਹਿ ਤੁਰੀਆਂ। ਲੋਈ ਮੈਂ ਤਾਂ ਇੱਥੇ ਹੈ ਨਹੀਂ ਸੀ, ਮੈਂ ਤਾਂ ਲੁਕ ਕੇ ਬੈਠ ਗਿਆ ਸਾਂ। ਜਿਹੜਾ ਕਬੀਰ ਤੂੰ ਦੇਖਿਆ, ਜਿਹੜੇ ਕਬੀਰ ਦੀ ਲੋਈਏ ਤੂੰ ਗੱਲ ਕਰਦੀ ਹੈ, ਉਹ ਤਾਂ ਵੱਡਾ ਕਬੀਰ, ਕਬੀਰਾਂ ਦਾ ਕਬੀਰ, ਮੇਰਾ ਰਚਣਹਾਰਾ, ਮੈਨੂੰ ਬਣਾਉਣ ਵਾਲਾ ਆਪ ਹੀ ਆਇਆ, ਲਾਜ ਰੱਖਣ ਦੇ ਲਈ, ਮੇਰਾ ਪਰਦਾ ਢੱਕਣ ਦੇ ਲਈ ਉਹਨੂੰ ਆਪ ਆਉਣਾ ਪਿਆ। ਲੋਈਏ ਵਿਚਾਰੀਏ, ਤੂੰ ਮੈਨੂੰ ਕਿਵੇਂ ਸਮਝ ਬੈਠੀ? ਮੈਂ ਤਾਂ ਸਵੇਰ ਦਾ ਪਾਣੀ ਨਹੀਂ ਪੀਤਾ, ਧਾਣੀ ਨਹੀਂ ਪੀਤਾ, ਪਿੰਡ ਦੇ ਬਾਹਰ ਲੁਕਿਆ ਬੈਠਾ ਰਿਹਾ ਕਿ ਆਪੇ ਲੋਕ ਆਉਣਗੇ, ਮੁੜ ਜਾਣਗੇ। ਗੁਰੂ ਪਿਆਰਿਓ, ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰਾਖੇ। ਗਰੰਟੀ ਹੈ ਕਿ ਆਪਣੇ ਸੇਵਕ ਨੂੰ ਬਦਨਾਮ ਨਹੀਂ ਹੋਣ ਦਿੰਦਾ, ਆਪਣੇ ਆਪ ਅੱਗੇ ਖਲੋ ਜਾਂਦਾ ਹੈ, ਚਾਹੇ ਸਾਰੀ ਰਾਤ ਪਹਿਰਾ ਕਿਉਂ ਨਾ ਦਵੇ ਬੇਸਵਾ ਦੇ ਕੋਠੇ ਦੇ ਅੱਗੇ, ਪਰ ਜੋਗੇ ਦੇ ਨਾਂ ਦੇ ਉੱਤੇ ਆਂਚ ਨਹੀਂ ਆਉਣ ਦਿੰਦਾ। ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਪਿਆਰੇ ਨੂੰ, ਆਪਣੇ ਜਨ ਨੂੰ, ਆਪਣੇ ਸੇਵਕ ਨੂੰ ਪ੍ਰਭਤਾ ਦਿੰਦਾ, ਸਵੈ ਮਾਣ ਦਿੰਦਾ ਹੈ, ਨਿਸ਼ਾਵਰ ਕਰ ਦਿੰਦਾ ਹੈ। ਉਹਨੂੰ ਬੈਠੇ ਬਿਠਾਏ ਦਾ ਸਤਿਕਾਰ ਸੇਵਕ ਨੂੰ ਪਤਾ ਵੀ ਨਹੀਂ ਹੁੰਦਾ, ਸਾਰੇ ਪ੍ਰਯੋਜਨ ਆਪ ਹੀ ਕਰਕੇ ਸਤਿਕਾਰ ਉਹਨੂੰ ਦਵਾ ਦਿੰਦਾ। ਉਹ ਤੋਂ ਨਾਮ ਆਪ ਜਪਾਉਂਦਾ, ਪਹਿਲਾਂ ਉਹਦਾ ਅਕਾਊਂਟ ਖੋਲ੍ਹਦਾ, ਖਾਤਾ ਖੋਲ੍ਹਦਾ। ਮਾਇਆ ਜਿਹੜੀ ਲਟੇਰੀ ਹੈ, ਉਹਦੇ ਪਾਸਿਓਂ ਖਿੱਚ ਕੇ ਆਪਣੇ ਵੱਲ ਜੋੜਦਾ ਹੈ। ਫਿਰ ਜਿਸ ਤਰ੍ਹਾਂ ਦੁਨਿਆਵੀ ਬੈਂਕਾਂ ਵਾਲੇ ਅਕਾਊਂਟ ਖੋਲ੍ਹ ਦਿੰਦੇ ਹਨ ਕਿ ਹੁਣ ਜਿੰਨਾ ਮਰਜ਼ੀ ਧਨ ਜਮ੍ਹਾਂ ਕਰਾਈ ਚੱਲੋ, ਬੱਚਤ ਕਰੀ ਚੱਲੋ, ਇਹ ਤੁਹਾਡੇ ਕੰਮ ਆਵੇਗਾ।
ਫਿਰ ਦੁਨੀਆ ਨੂੰ ਬਣਾਉਣ ਵਾਲਾ ਆਪਣੀ ਬੈਂਕ ਦਾ ਗਰੀਬ ਦਾ ਪਿਆਰੇ ਦਾ ਖਾਤਾ ਖੋਲ੍ਹ ਦਿੰਦਾ ਹੈ ਅਤੇ ਨਾਲ ਹੀ ਇੱਕ ਢੇਰੀ ਨਾਮ ਦੀ ਉਹਦੇ ਪੱਲੇ 'ਚ ਪਾ ਦਿੰਦਾ ਕਿ ਹੁਣ ਜਪੀ ਚੱਲ, ਮੈਂ ਤੇਰਾ ਹਾਂ, ਅੱਜ ਤੋਂ ਤੂੰ ਮੇਰਾ ਬਣ ਗਿਆ ਪਿਆਰਿਆ। ਆਪਣੇ ਦਾਸ ਕੋ ਦੇ बढ़ाई, अपने सेवक को नाम जपाई, अपने सेवक की आप पत राखै, ताकि गत मित कोय न लाखै। गुरु प्यारिओ, पत पढ़दा ਇੱਜ਼ਤ ਆਬਰੂ। ਭਗਤਾਂ ਨੂੰ ਖੈਰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਹੁੰਦੀ, ਉਹਨਾਂ ਨੂੰ ਕੋਈ ਇੱਜ਼ਤ ਦਾ ਫਿਕਰ ਨਹੀਂ ਪੈਂਦਾ। ਪਰ ਪ੍ਰੀਤਮ ਪਿਆਰਾ ਪ੍ਰਭੂ ਦੁਨੀਆ ਨੂੰ ਜਿਹੜੇ ਚੁਗਲਖੋਰ ਨਿੰਦਕ ਲੋਕ ਹੈ ਉਹਨਾਂ ਨੂੰ ਦਰਸਾਉਂਦਾ ਹੈ ਕਿ ਇਹਦਾ ਕੋਈ ਮਾਲੀ ਵਾਰਸ ਹੈ, ਇਹ ਇਕੱਲਾ ਨਹੀਂ ਹੈ, ਇਹਦੇ ਨਾਲ ਮੈਂ ਖਲੋਤਾ ਹਾਂ। ਜਿਵੇਂ ਦ੍ਰੋਪਦੀ ਦੀ ਕ੍ਰਿਸ਼ਨ ਦੇ ਪੱਤ ਰਾਖੀ, ਕੈਰਵਾਂ ਦੀ ਸਭਾ ਦੇ ਵਿੱਚ ਛੋਟੇ ਬਾਲ ਪ੍ਰਹਲਾਦ ਦੀ ਰੱਖਿਆ ਕੀਤੀ, ਧਰੂ ਉੱਤੇ ਆਪਣਾ ਹੱਥ ਰੱਖਿਆ, ਹਮੇਸ਼ਾ ਹੀ ਉਹ ਨਾਲ ਆ ਕੇ ਖੜ ਜਾਂਦਾ ਹੈ। ਸੇਵਕ ਉੱਤੇ ਆਪਣਾ ਆਪ ਭਾਰ ਦਿੰਦਾ ਹੈ। ਸੇਵਕ ਦੀ ਪੱਤ ਦਾ ਪ੍ਰੀਤਮ ਰਖਵਾਲਾ ਬਣ ਜਾਂਦਾ ਹੈ। ਸੇਵਕ ਨੂੰ ਇਹ ਅੰਦਾਜ਼ਾ ਵੀ ਨਹੀਂ ਕਿ ਉਹਦੇ ਚੋਜ ਕਿੰਨੇ ਨਿਆਰੇ ਹਨ, ਤਾਂ ਕਿ ਗਤ ਮਿਤ ਕੋਏ ਨਾ ਲਾਖੈ। ਪ੍ਰੀਤਮ ਪਿਆਰੇ ਦਾ ਲਿਮਟ ਹੈ ਜਿਹੜਾ, ਅੰਦਾਜ਼ਾ ਜਿਹੜਾ ਕੌਣ ਜਾਣ ਸਕਦਾ ਹੈ। ਬੇਅੰਤ ਨੂੰ ਬਿਆਨ ਕਿਵੇਂ ਕਰੇ, ਕੋਈ ਹੱਦਾਂ ਬੰਨੇ ਹੈ ਹੀ ਨਹੀਂ। ਖੁੱਲ੍ਹਾ ਖਲਾ ਹੈ, ਬੇਅੰਤ ਹੈ, ਦਿਮਾਗ ਦੀਆਂ ਸੋਚਾਂ ਤੋਂ ਪਰੇ ਹੈ, ਉੱਚੇ ਤੋਂ ਉੱਚਾ ਹੈ। ਪ੍ਰਭ ਕੇ ਸੇਵਕ ਕੋ ਨਾ ਪਹੁੰਚੇ। ਪ੍ਰਭੂ ਦੇ ਸੇਵਕ ਦੀ ਬਰਾਬਰੀ ਕੌਣ ਕਰ ਸਕਦਾ ਹੈ। ਦਾਤੇ ਦਾ ਰੂਪ ਬਣਿਆ ਹੋਇਆ ਪ੍ਰਾਣੀ, ਹੱਡ ਮਾਸ ਦੇ ਪੁਤਲੇ 'ਚ ਰਹਿੰਦਾ ਹੋਇਆ ਬ੍ਰਹਮ, ਦੁਨੀਆ ਨੂੰ ਰਚਣ ਵਾਲਾ ਆਪ, ਉਹਦੇ ਬਰਾਬਰ ਕੌਣ ਖਲੋਵੇਗਾ। ਕੋਈ ਲਿਮਟ ਨਹੀਂ ਹੈ, ਉੱਚਿਆਂ ਤੋਂ ਉੱਚਾ ਹੈ। ਪ੍ਰਭ ਕੇ ਸੇਵਕ ਊਚ ਤੇ ਉੱਚੇ, ਆਕਾਸ਼ਾਂ ਤੋਂ ਵੀ ਉੱਚੇ। ਉਹਨਾਂ ਦੇ ਮਾਣ ਸਤਿਕਾਰ ਵੱਡੇ ਮਹਾਨ, ਹਿਰਦੇ ਦੇ ਵਿੱਚ ਅਤ ਗਰੀਬੀ, ਬੋਲੀ ਦੇ ਵਿੱਚ ਅਤ ਮਿਠਾਸ। ਪ੍ਰਭੂ ਉਹਨਾਂ ਦਾ ਹੀ ਰਹਿ ਗਿਆ, ਉਹਨਾਂ ਦਾ ਬਣ ਕੇ ਹੀ ਉਹਨਾਂ ਦਾ ਦੀਵਾਨਾ ਹੋ ਗਿਆ, ਡੁੱਲ ਗਿਆ, ਟੁੱਟ ਗਿਆ। ਪ੍ਰਭ ਕੇ ਸੇਵਕ ਕੋ ਨਾ ਪਹੁੰਚੇ, ਕੋਈ ਪਹੁੰਚ ਨਹੀਂ ਸਕਦਾ, ਕੋਈ ਬਰਾਬਰੀ ਨਹੀਂ ਕਰ ਸਕਦਾ। ਪ੍ਰਭੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਦਰਜਾ ਇੰਨਾ ਉੱਚਾ ਹੋ ਗਿਆ, ਨਾ ਕੋਈ ਉੱਚਾ ਇੰਨਾ ਬਣ ਸਕਦਾ ਹੈ। ਜਿਹੜਾ ਉੱਚਿਆਂ ਤੋਂ ਉੱਚਾ ਉਹਨਾਂ ਦਾ ਰਖਵਾਲਾ ਹੈ।
जो प्रभ अपनी सेवा लाया, नानक सो सेवक दै दिस प्रगटाया। चार दिशावां ਹਨ, ਉੱਤਰ ਦੱਖਣ ਪੂਰਬ ਪੱਛਮ। ਇਹ ਚਾਰ ਦਿਸ਼ਾਵਾਂ ਦੇ ਵਿੱਚ ਸਭ ਕੁਝ ਵਾਪਰਦਾ ਹੈ। ਪ੍ਰਭੂ ਪਿਆਰੇ ਨੇ ਆਪਣੇ ਪਿਆਰਿਆਂ ਦਾ ਰੁਤਬਾ ਉੱਚਾ ਕਰਨ ਦੇ ਲਈ, ਉਹਨਾਂ ਨੂੰ ਹੋਰ ਵਡਿਆਈ ਦੇਣ ਦੇ ਲਈ, ਉਹਨਾਂ ਦਾ ਕੱਦ ਬੁੱਤ ਹੋਰ ਉੱਚਾ ਚੱਕਣ ਦੇ ਲਈ ਉਹਨਾਂ ਨੂੰ ਆਪਣਾ ਨਾਮ ਜਪਾਇਆ। ਫਿਰ ਆਪਣੀ ਸੇਵਾ ਉਹਨਾਂ ਤੋਂ ਆਪ ਲੈ ਲਈ। ਫਿਰ ਚਾਰ ਪਾਸੇ ਨਹੀਂ, 10 ਪਾਸੇ, 10 ਪਾਸੇ ਉਹਨਾਂ ਦੀ ਇੱਜ਼ਤ, ਆਬਰੂ, ਗੁਣ ਗਾਇਨ ਕਰਵਾਇਆ। ਉਹਨਾਂ ਨੂੰ ਪ੍ਰਗਟ ਕੀਤਾ। ਦੁਨੀਆ ਦੇ ਵਿੱਚ ਪ੍ਰਭੂ ਦੇ ਪਿਆਰਿਆਂ ਦੀ ਧੰਨ 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 ਕਰਵਾ ਦਿੱਤੀ। ਆਪ ਮਾਣ ਰੱਖਿਆ ਉਹਨਾਂ ਦਾ, ਗਰੀਬਾਂ ਦਾ। ਗੁਰੂ ਪਿਆਰਿਓ, ਆਪਾਂ ਇਸੇ ਪਦ ਦੀ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਕਰ ਲਈਏ। ਆਪਣੇ ਜਨ ਕਾ ਪਰਦਾ ਢੱਕ of his servant the Lord covers his dismerits, of his serp the Lord scream the faults। अपने सेवक की सर पर राखे, to his serf he assuredly preserved the honor of him। He always lifts him up, brings his status so high। अपने दास को दे बढ़ाई, on his attendant the Lord bestows glory। अपने सेवक को नाम जपाई, he causes his attendant to remember his name। They're very hard to get out from the entanglements of Maya, change the habit, give away the eye, leave all the false fake material alone, leave the strangers alone। very hard to find ours is not easy, but when God's grace is there, He the one give the strength to the servant to recite his name, always put his hand on his head। अपने सेवक की आप पत राखे, on his serf he himself preserve the honor। ताकि गत मित कोई न लाखे, who is there to measure the gods, measure his merits, measure his boundaries? No scale available। God is so big, nobody can estimate, nobody can find what direction He live। He live everywhere, always। World don't have that kind of measurements, that kind of scales। His condition and measure no one knows। प्रभु के सेवक को ना पहुँचे, nobody can be equal to the servant of Lord।
supreme condition he achieved, serving the Creator. Creation became Creator. ਪ੍ਰਭ ਕੇ ਸੇਵਕ ਊਚ ਤੇ ਉੱਚੇ, servants, slaves, beloveds of Lord, their status is too high. They are higher than skies. Their status is big, equal to Lord. Nobody can compete with them. ਜੋ ਪ੍ਰਭ ਆਪਣੀ ਸੇਵਾ ਲਾਇਆ, Lord always give grace to the servant and attract him towards the name. Lord is the one always applies his service and accept him. Nanak so sevak that this pragataya. There are only 4 directions: north, south, east, west. But Creator is so happy. Creator is so graceful. He enlightened his servant 10 different directions. He is so glad on his seva. He accepted him and he protected him. ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਇਸ ਪਦ ਦੇ ਵਿੱਚ ਫਿਰ ਸੇਵਕ ਨੂੰ ਬਹੁਤ ਉੱਚਾ ਦਰਜਾ ਬਖਸ਼ਿਆ ਹੈ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਕਿ ਪ੍ਰਾਣੀ ਦੁਨੀਆ ਦੇ ਵਿੱਚ ਜਿਹਨੂੰ ਤੂੰ ਪਿਆਰ ਸਮਝਦਾ ਹੈ, ਇਹ ਝੂਠਾ ਹੈ। ਜਿਹਨੂੰ ਤੂੰ ਆਨੰਦ ਮੰਨਦਾ ਹੈ, ਇਹ ਵੀ ਝੂਠਾ ਹੈ। ਦਰਅਸਲ ਤੈਂ ਅਸਲੀ ਪਿਆਰ ਕਦੇ ਦੇਖਿਆ ਹੀ ਨਹੀਂ ਹੈ, ਵੇਖਿਆ ਹੀ ਨਹੀਂ ਹੈ। ਸਵਾਰਥ ਨੂੰ ਪਿਆਰ ਸਮਝਦਾ ਰਿਹਾ। ਨਿੰਦਿਆ ਚੁਗਲੀ ਦਾ ਇਸ ਤਰ੍ਹਾਂ ਦਾ ਤੈਨੂੰ ਲੁਤਫ ਆਉਂਦਾ ਰਿਹਾ, ਤੈਨੂੰ ਚੰਗੇ ਤੇ ਮਾੜੇ ਦੀ ਪਹਿਚਾਣ ਹੀ ਨਹੀਂ ਰਹੀ। ਉਹ ਪ੍ਰੀਤਮ ਜੀ ਨੇ ਤੈਨੂੰ ਇਸ ਧਰਤੀ ਉੱਤੇ ਲੈ ਕੇ ਆਂਦਾ, ਮਾਣ ਨਾਲ ਤੇਰਾ ਰੁਤਬਾ ਉੱਚਾ ਕੀਤਾ, ਉਹਨੂੰ ਤਾਂ ਵਿਸਾਰ ਦਿੱਤਾ। ਅੱਜ ਨਵੀਆਂ ਸੰਗ ਦੋਸਤੀ ਪਾ ਲਈ ਤੇ ਉਹ ਤੈਨੂੰ ਨਹਿਰ ਦੇ ਵਿੱਚ, ਪਾਣੀ ਦੇ ਵਿੱਚ ਡੁਬੋ ਕੇ ਮਾਇਆ ਦੀ ਝੂਠੀ ਕਿਸ਼ਤੀ ਦੇ ਕੇ ਤੈਨੂੰ ਬਚਾਉਣ ਦੀ ਬਜਾਏ ਡੋਬ ਗਏ। ਪ੍ਰੀਤਮ ਪਿਆਰੇ ਨੇ ਫਿਰ ਤੈਨੂੰ ਉਠਾਇਆ, ਪਿਆਰ ਦਿੱਤਾ, ਤੇਰੇ ਔਗਣ ਬਖਸ਼ ਦਿੱਤੇ ਤੇ ਪੂਰੇ ਮਾਣ ਦੇ ਨਾਲ ਤੈਨੂੰ ਫਿਰ ਖੜਾ ਕਰ ਦਿੱਤਾ। ਤੇਰੀ ਇੱਜ਼ਤ ਬਹਾਲ ਹੋ ਗਈ। ਜਿਹੜੇ ਤੇਰੇ ਉੱਤੇ ਹੱਸਦੇ ਸਨ ਹੈਰਾਨ ਹੋ ਗਏ। ਮੁੜ ਕੇ ਪ੍ਰਭੂ ਦੀ ਬਖਸ਼ੰਦਗੀ ਦੇ ਉੱਤੇ ਤੇਰੀ ਮਸ਼ੱਕਤ, ਤੇਰੀ ਸ਼ਰਧਾ ਮੁੜ ਕੇ ਰਾਸ ਆ ਗਈ। ਪ੍ਰੀਤਮ ਪਿਆਰੇ ਨੇ ਤੈਨੂੰ ਮਾਣ ਬਖਸ਼ ਦਿੱਤਾ, ਆਪਣਾ ਨਾਮ ਆਪੇ ਜਪਾ ਲਿਆ। ਤੇਰੀ ਇੱਜ਼ਤ ਜਿਹੜੀ ਰੋਲਣ ਵਾਲੇ ਸਨ, ਜਿਹੜੇ ਤੇਰਾ ਸ਼ੋਸ਼ਣ ਕਰਦੇ ਸਨ ਦਿਨ ਰਾਤ, ਤੈਨੂੰ ਮਾੜਾ ਮਾੜਾ ਕਰਕੇ ਦੁਨੀਆ ਦੇ ਵਿੱਚ ਭੰਡਦੇ ਸੀ, ਉਹ ਮੂੰਹ ਛੁਪਾ ਕੇ ਬੈਠ ਗਏ। ਕਿਉਂਕਿ ਤੇਰੇ ਨਾਲ
ਤੇਰਾ ਆਪਣਾ ਮਿਲ ਗਿਆ, ਤੈਨੂੰ ਨਾਮ ਦਾ ਦਾਨ ਦੇ ਦਿੱਤਾ, ਤੇਰੀ ਪੱਤ ਰੱਖ ਲਈ, ਤੇਰੀ ਆਬਰੂ ਮੁੜ ਕੇ ਜਹਾਨ ਦੇ ਵਿੱਚ ਫੇਰ ਪ੍ਰਵੇਲ ਕਰਨ ਲੱਗੀ। ਤੇਰਾ ਸਤਿਕਾਰ, ਤੇਰੀ ਮਹਿਮਾ ਤੇਰੇ ਗੁਰੂ ਨੇ ਫੇਰ ਕਰਵਾ ਲਈ। ਪਿਆਰਿਆ, ਤੇਰਾ ਸੰਗ, ਤੇਰਾ ਸੰਗਮ ਉਸ ਪ੍ਰੀਤਮ ਸੁਆਮੀ ਦੇ ਨਾਲ ਹੈ ਜਿਹੜਾ ਦੁਨੀਆ ਭਰ ਨੂੰ ਇੱਜ਼ਤ ਬਖਸ਼ਦਾ ਹੈ, ਮਾਣ ਦੇ ਗੱਫੇ ਲਵਾਉਂਦਾ ਹੈ। ਉਹਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿੰਨਾ ਵੱਡਾ ਹੈ, ਉਹਨੂੰ ਕੋਈ ਮਿਲ ਵੀ ਨਹੀਂ ਸਕਦਾ। ਅਨਲਿਮਟਿਡ, ਲਿਮਟਲੈਸ, ਕੋਈ ਧਰਤੀ ਉੱਤੇ ਏਡਾ ਵੱਡਾ ਸ਼ਬਦ ਵੀ ਨਹੀਂ ਹੈ ਕਿ ਉਹਦੀ ਉਸਤਤ ਕੀਤੀ ਜਾ ਸਕੇ। ਸਿਰਫ ਤੇ ਸਿਰਫ ਸਿਰ ਹੀ ਝੁਕਾਇਆ ਜਾ ਸਕਦਾ ਹੈ। ਉਹਦੇ ਸੇਵਕ ਵੱਡੇ ਕਰਮਾਂ ਵਾਲੇ, ਭਾਗਾਂ ਵਾਲੇ ਹਨ, ਉੱਚੇ ਰੁਤਬੇ ਵਾਲੇ ਹਨ, ਜਿਨ੍ਹਾਂ ਨੂੰ ਉਹਨੇ ਮਿਹਰ ਕਰਕੇ ਅਪਣਾ ਲਿਆ ਹੈ, ਆਪਣੇ ਬਣਾ ਲਿਆ ਹੈ। ਹੁਣ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਗੁਰੂ ਦੇ ਦਾਸ ਦੇ ਬਰਾਬਰ ਕੋਈ ਬਰਾਬਰੀ ਨਹੀਂ ਕਰ ਸਕਦਾ। ਹਾਂ, ਈਰਖਾ ਕਰ ਸਕਦਾ ਹੈ। ਈਰਖਾ ਜਿੰਨੀ ਮਰਜ਼ੀ ਕਰੀ ਜਾਵੇ, ਕੀ ਫਰਕ ਪੈਂਦਾ ਹੈ। ਨਫ਼ਰਤ ਦੇ ਵਿੱਚ ਨਿੰਦਕ ਆਪ ਹੀ ਸੜਦਾ ਹੈ, ਪਰ ਉਹਦੇ ਜਿੰਨਾ ਸਵੈਮਾਣ, ਸੇਵਕ ਜਿੰਨੀ ਪਦਵੀ ਕੋਈ ਵੀ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਗੁਰੂ ਨੇ, ਪਰਮੇਸ਼ਰ ਨੇ, ਪਰਮਾਤਮਾ ਨੇ ਉਹਨੂੰ ਆਪ ਚੁਣਿਆ ਹੈ, ਆਪ ਦੀ ਸੇਵਾ ਦੇ ਲਈ ਆਪ ਹੀ ਸਮਝਾਇਆ ਹੈ, ਆਪਣਾ ਗੀਤ ਗਾਉਣ ਦੇ ਲਈ ਆਪ ਹੀ ਉਹਨੂੰ ਅਲਫਾਜ਼ ਬਖਸ਼ੇ ਹਨ, ਗੁਣ ਗਣਾਉਣ ਦਾ ਤਰੀਕਾ ਆਪ ਹੀ ਦੱਸਿਆ ਹੈ। ਕੌਣ ਕਰੇਗਾ ਮੁਕਾਬਲਾ ਉਸ ਪ੍ਰੋਡਿਊਸਰ, ਡਾਇਰੈਕਟਰ ਜਿਹੜਾ ਆਪਣੇ ਭਗਤਾਂ ਨੂੰ ਆਪ ਟ੍ਰੇਨਿੰਗ ਦਿੰਦਾ ਹੈ, ਆਪ ਸਿਖਾਉਂਦਾ ਹੈ। ਇੰਨੇ ਜ਼ਿਆਦਾ ਉੱਚੇ ਚੁੱਕ ਦਿੰਦਾ ਹੈ ਕਿ ਸਾਰੇ ਪਾਸਿਆਂ 'ਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। 4 ਡਾਇਰੈਕਸ਼ਨਾਂ ਦੁਨੀਆ ਦੀ ਨਹੀਂ, ਪਰਮਾਤਮਾ ਦੀਆਂ 10 ਡਾਇਰੈਕਸ਼ਨਾਂ ਵੱਲ ਸਾਰੇ ਪਾਸੇ ਭਗਤਾਂ ਦੀ ਜੈ ਜੈਕਾਰ। ਧੰਨ ਧੰਨ ਜਨ ਸੇਵਕ, ਇਹੀ ਉਹ ਮਿਹਰ ਦੇ ਨਾਲ ਕਰਵਾਉਂਦਾ ਹੈ। ਆਪਣਿਆਂ ਨੂੰ ਕਦੇ ਡੁੱਬਣ ਨਹੀਂ ਦਿੰਦਾ, ਤਾਰਦਾ ਹੀ ਹੈ। ਪਿਆਰ ਦੀ ਕਿਸ਼ਤੀ ਤੇ ਹੱਥ ਵਿੱਚ ਪ੍ਰੇਮ ਦਾ ਚੱਪੂ ਫੜ ਕੇ। ਧੰਨ ਧੰਨ ਪਾਤਸ਼ਾਹ, ਗਰੀਬਾਂ ਦੀ ਇੰਨੀ ਵਡਾਈ, ਇੰਨਾ ਉਹਨਾਂ ਨਾਲ ਪਿਆਰ। ਤੇਰੇ ਉੱਤੋਂ ਬਲਿਹਾਰੇ ਜਾਵਾਂ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹਨ। ਨਾਨਕ ਸੋ ਸੇਵਕ ਦੈ ਦਸ ਪ੍ਰਗਟਾਇਆ। 10 ਪਾਸਿਆਂ ਦੇ ਵਿੱਚ ਉਹਦੀ ਉੱਗੀ ਟਹਿਲ ਹੋ ਰਹੀ ਹੈ, ਉਹਦਾ ਗੁਣ ਗਾਇਨ ਕੀਤਾ ਜਾ ਰਿਹਾ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।